पन्नू साहब हुण सुखजिंदर सिंह रंधावा वालों हुक्म दे दिते गए ने कि ਸਿੰਘੂ सरहद ते जो वारदात हुई सी, जो कतल होया सी, उसकी जांच की जावे। इहदा की वेरवा जी? देखो, जिहड़ा एक अदारा है ट्रिब्यून अदारा, उहने ਜਿਹੜੇ ਉਹਦੇ ਤਿੰਨੇ ਭਾਸ਼ਾਵਾਂ ਦੇ ਵਿੱਚ ਛਪਦੇ ਪਰਚੇ ਨੇ, ਉਹਦੇ ਵਿੱਚ ਕੁਝ ਫੋਟੋਆਂ ਲਗਾ ਕੇ ਇੱਕ ਕਿਸਮ ਦੇ ਨਾਲ ਸਿੰਘੂ ਸਰਹੱਦ ਦੇ ਉੱਤੇ ਹੋਏ ਕਤਲ ਤੋਂ ਬਾਅਦ ਜੋ ਕੁਝ ਬਣ ਰਿਹਾ ਸੀਗਾ ਸੋਸ਼ਲ ਮੀਡੀਆ ਦੇ ਉੱਤੇ, ਖਾਸ ਤੌਰ ਦੇ ਉੱਤੇ ਉਹਨੂੰ ਨਾ ਸਿਰਫ ਠੱਲ ਪਾ ਦਿੱਤੀ ਬਲਕਿ ਮੂੰਹ 'ਚ ਉਂਗਲਾਂ ਵੀ ਪਵਾ ਦਿੱਤੀਆਂ ਕਿ ਇਸ ਤਰ੍ਹਾਂ ਵੀ ਹੋ ਸਕਦਾ, ਕਿਉਂਕਿ ਉਹਨੇ ਫੋਟੋਆਂ ਜਿਹੜੀਆਂ ਛਾਇਆ ਕਰ ਦਿੱਤੀਆਂ ਉਹ ਨਿਹੰਗ ਅਮਨ ਸਿੰਘ ਦੀਆਂ, ਜਿਹੜੇ ਕੇਂਦਰੀ ਖੇਤੀ ਮੰਤਰੀ ਨੇ ਨਰਿੰਦਰ ਸਿੰਘ ਤੋਮਰ ਹੋਰਾਂ ਦੇ ਨਾਲ ਡਿਨਰ ਕਰਦਿਆਂ ਦੀਆਂ, ਸਿਰੋਪਾਓ ਲੈਂਦਿਆਂ ਦੀਆਂ। ਹਾਲਾਂਕਿ ਅਮਨ ਸਿੰਘ ਥਾਂ ਥਾਂ ਦੇ ਉੱਤੇ ਬੋਲੀ ਜਾ ਰਿਹਾ ਕਿ ਸੰਸਾਰ ਨੂੰ ਬਹੁਤ ਛੇਤੀ ਪਤਾ ਲੱਗ ਜੂਗਾ। ਜਦੋਂ ਸਾਰੇ ਪੁੱਛਦੇ ਆ ਕਿ ਉਹ ਵੀਡੀਓ ਕਿੱਥੇ ਆ ਜਿਹਦੇ ਵਿੱਚ ਲਖਬੀਰ ਸਿੰਘ ਨੇ ਬੇਅਦਬੀ ਕੀਤੀ ਸੀ, ਤਾਂ ਉਹ ਇਹ ਕਹਿੰਦਾ 1.25 ਮਹੀਨੇ ਬਾਅਦ ਦੱਸਾਂਗੇ, ਅਜੇ 1.25 ਮਹੀਨਾ ਲੱਗੂਗਾ, ਕਿਉਂਕਿ ਉਹ ਅਦਾਲਤਾਂ 'ਚ ਦੇਣੀਆਂ ਨੇ, ਹਾਈ ਕੋਰਟ ਦੇ ਵਿੱਚ ਦੇਣੀਆਂ, ਸੁਪਰੀਮ ਕੋਰਟ ਦੇ ਵਿੱਚ ਦੇਣੀਆਂ ਵੀਡੀਓ। ਜਦੋਂ ਥਾਣਾ ਵੀ ਤੁਸੀਂ ਬਣ ਗਏ, ਵਕੀਲ ਵੀ ਤੁਸੀਂ ਬਣ ਗਏ, ਜੱਜ ਵੀ ਤੁਸੀਂ ਬਣ ਗਏ, ਜਲਾਦ ਵੀ ਤੁਸੀਂ ਬਣ ਗਏ, ਆਪੇ ਹੀ ਫੈਸਲਾ ਕਰ ਲਿਆ, ਤੇ ਹੁਣ ਫਿਰ ਕਿਹੜੀਆਂ ਅਦਾਲਤਾਂ ਕਿੱਥੇ ਉਹ ਦੇਣੀਆਂ ਨੇ? ਜਿਹੜੀ ਚੀਜ਼ ਪਹਿਲਾਂ ਜਾਰੀ ਕਰਨੀ ਸੀ ਉਹ ਤਾਂ ਕੀਤੀ ਨਹੀਂ, ਕਿਹੜੀ ਬੇਅਦਬੀ ਉਹਨੇ ਕੀਤੀ ਹੈ। ਇਹਨੂੰ ਲੈ ਕੇ ਜੋ ਇਸ ਵੇਲੇ ਚੱਲ ਰਿਹਾ ਖਾਸ ਤੌਰ ਦੇ ਉੱਤੇ, ਇਹਦੇ ਵਿੱਚ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਜਿਹੜਾ ਕੱਲ ਬਿਆਨ ਦਿੱਤਾ ਕਿ ਸਬੂਤ ਉਹ ਦੇਣੇ ਚਾਹੀਦੇ ਆ ਕਿ ਜਿੱਥੇ ਬੇਅਦਬੀ ਹੋਈ ਆ। ਉਸ ਤੋਂ ਬਾਅਦ ਇਹਦੇ ਨਾਲ ਇੱਕ ਹੋਰ ਨਵਾਂ ਚੈਪਟਰ ਵੀ ਜਿਹੜਾ ਛਿੜ ਪਿਆ। ਦਮਦਮੀ ਟਕਸਾਲ ਦੇ ਕੁਝ ਜਿਹੜੇ ਵਿਅਕਤੀ ਨੇ ਉਹਨਾਂ ਨੇ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਹੋਰਾਂ ਦੇ ਉੱਤੇ ਹੀ ਬਿਆਨਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਜਿਹੜੇ ਇੱਥੇ ਭੀਮ ਆਰਮੀ ਦੇ ਹੈਡ ਨੇ ਸੁਭਾਸ਼ ਚੰਦਰ, ਉਹਨਾਂ ਨੇ ਮਾਫ ਕਰਨਾ ਚੰਦਰ ਸ਼ੇਖਰ ਆਜ਼ਾਦ, ਉਹ ਇੱਥੇ ਪੰਜਾਬ ਦੇ ਵਿੱਚ ਆ ਕੇ ਉਹਨਾਂ ਨੇ ਚੀਮਾ ਪਿੰਡ ਜਿਹੜਾ ਪੱਟੀ ਦੇ ਨੇੜੇ ਪਿੰਡ ਆ ਜਿੱਥੋਂ ਦਾ ਲਖਵੀਰ ਸਿੰਘ ਸੀਗਾ, ਉਹਦੇ ਪਰਿਵਾਰ ਦੇ ਨਾਲ ਮੁਲਾਕਾਤ ਕਰ ਲਈ। ਮਾਇਆਵਤੀ ਹੋਰਾਂ ਨੇ ਟਵੀਟ ਕਰ ਦਿੱਤਾ ਕਿ ਇਹਨੂੰ ਸਰਕਾਰ ਮਦਦ ਕਰੇ, ਪੰਜਾਬ ਦੀ ਸਰਕਾਰ ਉਹਨਾਂ ਦੇ ਪਰਿਵਾਰ ਦੀ। ਮਤਲਬ ਕਿ ਇਹ ਜਿਹੜੀ ਸਾਰੀ ਕਹਾਣੀ ਸੀਗੀ ਹੋਰ ਹੀ ਪਾਸੇ ਨੂੰ ਤੁਰ ਪਈ, ਕਿਉਂਕਿ ਇਹ ਅਸਲ ਦੇ ਵਿੱਚ ਬੇਸ਼ੱਕ ਇਹ ਸਿੰਘੂ ਬਾਰਡਰ ਪੰਜਾਬ ਦੇ ਵਿੱਚ ਤਾਂ ਪੈਂਦਾ ਨਹੀਂ, ਉਹ ਹਰਿਆਣੇ ਦੇ ਵਿੱਚ ਪੈਂਦਾ ਜਾਂ ਕੁਝ ਏਰੀਆ ਉਹਦਾ ਦਿੱਲੀ ਦੇ ਵਿੱਚ ਪੈਂਦਾ। ਉੱਥੋਂ ਦੀ ਪੁਲਿਸ ਇਸ ਮਾਮਲੇ ਦੇ ਉੱਤੇ ਇਨਵੈਸਟੀਗੇਸ਼ਨ ਕਰ ਰਹੀ ਆ। ਮੇਰੀ ਜਾਣਕਾਰੀ ਦੇ ਮੁਤਾਬਕ ਕੁਝ ਟੀਮਾਂ ਕ੍ਰਾਈਮ ਬਿਊਰੋ ਦੀਆਂ ਚੀਮਾ ਪਿੰਡ ਦੇ ਵਿੱਚ ਵੀ ਬੈਠੀਆਂ ਨੇ, ਫੋਨ ਦੀ ਡਿਟੇਲ ਖੰਗਾਲੀ ਜਾ ਰਹੀ ਆ। ਪੰਜਾਬ ਸਰਕਾਰ ਵੀ ਅੰਡਰ ਪ੍ਰੈਸ਼ਰ ਆ ਗਈ ਇਸ ਸਭ ਕਾਸੇ ਦੇ। ਸੁਖਜਿੰਦਰ ਸਿੰਘ ਰੰਧਾਵਾ ਜਿਨ੍ਹਾਂ ਦੇ ਕੋਲੇ ਗ੍ਰਹਿ ਮੰਤਰਾਲਾ, ਉਹਨਾਂ ਨੇ ਇਹ ਗੱਲ ਆਖੀ ਕਿ ਉਹਨਾਂ ਨੂੰ ਇਹ ਸ਼ੱਕ ਲੱਗਦਾ ਹੈ ਕਿ ਲਖਬੀਰ ਸਿੰਘ ਉੱਥੇ ਗਿਆ ਹੋਊਗਾ। ਉਹ ਕਹਿੰਦੇ ਕਿ ਉਹਨੂੰ ਇੱਥੋਂ ਅਗਵਾ ਕਰਕੇ ਲਿਜਾਇਆ ਗਿਆ ਹੋ ਸਕਦਾ, ਜਿਹਦੇ ਕਰਕੇ ਉਹਨਾਂ ਨੇ ਇਨਵੈਸਟੀਗੇਸ਼ਨ ਦੇ ਹੁਕਮ ਦਿੱਤੇ ਆ। ਇਹ ਗੱਲ ਆਖੀ ਆ ਕਿ ਇਹਦੀ ਫੇਰ ਇਨਵੈਸਟੀਗੇਸ਼ਨ ਕੀਤੀ ਜਾਊਗੀ ਤੇ ਸਰਕਾਰ ਇਸ ਮਾਮਲੇ ਦੀ ਡੂੰਘਾਈ ਤੱਕ ਪਹੁੰਚੂਗੀ ਤੇ ਇਸ ਘਟਨਾ ਦੇ ਅਸਲ ਸਾਜ਼ਿਸ਼ ਕਰਤਾਵਾਂ ਨੂੰ ਬੇਨਕਾਬ ਕੀਤਾ ਜਾਊਗਾ। ਹੁਣ ਜਿਹੜਾ ਇਹ ਨਹੀਂ ਪਤਾ ਜੀ ਕਿ ਇਹ ਜਾਂਚ ਕਿੰਨੀ ਹੋਣੀ ਆ, ਕਿਉਂਕਿ ਮੈਂ ਹੁਣ ਕੁਝ ਸਮਾਂ ਪਹਿਲਾਂ ਜਦੋਂ ਕਿਉਂਕਿ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਅਨਾਉਂਸ ਕੀਤਾ ਹੋਇਆ ਤਾਂ ਇਹ ਟਵੀਟ ਵੀ ਕੀਤਾ ਵਿਜੇ ਜੀ ਕਿ ਪਹਿਲਾਂ ਸਿੱਟ ਇੱਕ ਦੂਜੇ 'ਚ ਵੱਜਦੀਆਂ ਫਿਰਦੀਆਂ ਨੇ, ਇੰਨੇ ਸਾਲ ਹੋ ਗਏ ਵੀ ਜੇ ਤਾਂ ਇਹ ਜਾਂਚ ਉਹੋ ਜਿਹੀ ਹੋਣੀ ਹੈ ਤਾਂ ਫਿਰ ਭਾਵੇਂ ਰਹਿਣ ਦਿਓ। ਜੇ ਇਹ ਜਾਂਚ 5-7 ਦਿਨਾਂ ਦੇ ਵਿੱਚ, ਹਫ਼ਤੇ ਦੇ ਵਿੱਚ ਹੋਣੀ ਆ ਤੇ ਫਿਰ ਹੋਣੀ ਜ਼ਰੂਰ ਚਾਹੀਦੀ ਆ, ਕਿਉਂਕਿ ਇਹਦੇ ਪਿਛਲੀ ਕਹਾਣੀ ਸਮਝ ਆਉਣੀ ਚਾਹੀਦੀ ਆ ਜਾਂ ਰਿਐਲਿਟੀ ਸਾਹਮਣੇ ਆਉਣੀ ਚਾਹੀਦੀ ਆ। ਨਿਹੰਗ ਜਥੇਬੰਦੀਆਂ ਦੇ ਵੱਲੋਂ ਜਿਹੜਾ ਵਿਅਕਤੀ ਬੋਲ ਰਿਹਾ ਬਾਰ-ਬਾਰ, ਜਿਹੜਾ ਉਹ ਇਹ ਗੱਲ ਕਹਿੰਦਾ ਕਿ ਜੀ ਅਸੀਂ 27 ਤਰੀਕ ਨੂੰ ਇੱਥੇ ਆਪਣਾ ਇਕੱਠ ਸੱਦ ਲਿਆ ਹੋਇਆ, ਜਦੋਂ ਕਿ ਉਹਦੇ ਨਾਲ ਰਹਿਣ ਵਾਲੇ ਨਿਹੰਗ ਹੁਣ ਸ਼ਾਮ ਦੇ ਇਹ ਗੱਲ ਕਹਿੰਦੇ ਆ ਕਿ ਜੇ ਉਹਨੇ ਸੈਂਟਰ ਦੀ ਸਰਕਾਰ ਦੇ ਨਾਲ ਕੋਈ ਸਮਝੌਤਾ ਕੀਤਾ, ਉਹਨੂੰ ਮਿਲਣ ਗਿਆ ਤੇ ਅਸੀਂ ਉਹਦੀ ਇਨਵੈਸਟੀਗੇਸ਼ਨ ਕਰਾਂਗੇ। ਇਸ ਫੋਟੋ ਦੇ ਵਿੱਚ ਸ਼ਾਮਲ ਇੱਕ ਹੋਰ ਵਿਅਕਤੀ ਪਿੰਕੀ, ਜਿਹੜਾ ਕਿ ਕਿਸੇ ਟਾਈਮ ਪਿੰਕੀ ਕੈਟ ਦੇ ਨਾਮ ਦੇ ਨਾਲ ਫੇਮਸ ਰਿਹਾ, ਉਹਦਾ ਵੀ ਫੋਟੋ ਦੇ ਵਿੱਚ ਹੋਣਾ ਇਹ ਵੀ ਕਈ ਕਿਸਮ ਦੇ ਸਵਾਲ ਖੜੇ ਕਰ ਰਿਹਾ। ਉਂਝ ਵੈਸੇ ਮੈਂ ਦੱਸ ਦਵਾਂ ਕਿ ਜਿਹੜਾ ਅਮਨ ਸਿੰਘ ਹੈ ਉਹਦਾ ਜੇ ਪਿਛੋਕੜ ਦੇਖੀਏ
ਉਹਦੇ ਉੱਤੇ ਪੰਜਾਬ ਦੇ ਵਿੱਚ 3 ਪਰਚੇ ਪਹਿਲਾਂ ਦਰਜ ਹੋਏ ਆ ਕਈ ਕਿਸਮ ਦੇ। ਇੱਕ ਪਰਚਾ ਉਹਦੇ ਉੱਤੇ ਹਰਿਆਣੇ ਦੇ ਵਿੱਚ ਵੀ ਦਰਜ ਹੈ, ਉਹ ਮੋਟੀ ਮਾਤਰਾ ਦੇ ਵਿੱਚ ਭੁੱਕੀ ਉਹਦੇ ਤੋਂ ਫੜੀ ਗਈ ਸੀਗੀ, ਮਤਲਬ ਕਿ ਉਹਦਾ ਪਿਛੋਕੜ ਉਹੋ ਜਿਹਾ ਜਿਹੜਾ ਉਹ ਹੈਗਾ। ਹੁਣ ਵੇਖਣਾ ਇਹ ਹੋਊਗਾ ਕਿ ਇਸ ਮਾਮਲੇ ਦੇ ਉੱਤੇ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਦੇ ਵੱਲੋਂ ਬਿਠਾਈ ਗਈ ਜਾਂਚ ਵਾਕਿਆ ਹੀ ਉਹ ਇਨਵੈਸਟੀਗੇਸ਼ਨ ਕਰਵਾਉਂਦੇ ਆ ਜਾਂ ਫਿਰ ਉਹ ਠੰਡਾ ਕਰਨ ਦੇ ਯਤਨ ਨੇ। ਇਹਦੇ ਵਿੱਚ ਵਿਜੇ ਸਾਂਪਲਾ ਹੋਰੀ ਵੀ ਕੁੱਦੇ ਨੇ, ਜਿਹੜੇ ਕਿ ਮਿਨੋਰਿਟੀ ਕਮਿਸ਼ਨ ਦੇ ਚੇਅਰਮੈਨ ਨੇ। ਉਹਨਾਂ ਨੇ ਅਕਾਲ ਤਖਤ ਦੇ ਜਥੇਦਾਰ ਨੂੰ ਚਿੱਠੀ ਲਿਖੀ ਆ। ਜਥੇਦਾਰ ਸਾਹਿਬ ਦਾ ਬਿਆਨ ਤਾਂ ਅਜੇ ਤੱਕ ਇਹਦੇ ਉੱਤੇ ਕੋਈ ਨਹੀਂ ਆਇਆ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿੰਦੀ ਆ ਕਿ ਅਸੀਂ ਇਸ ਮਾਮਲੇ ਦੇ ਉੱਤੇ ਇੱਕ 3 ਮੈਂਬਰੀ ਕਮੇਟੀ ਜਿਹੜੀ ਆ ਉਹ ਸਥਾਪਿਤ ਕਰ ਦਿੱਤੀ ਆ ਤੇ ਇਹ 3 ਮੈਂਬਰੀ ਕਮੇਟੀ ਜਾਂਚ ਕਰੂਗੀ। ਵੈਸੇ ਇਸ ਕਮੇਟੀ ਦੇ ਜਾਂਚ ਕਰਦਿਆਂ ਜਗੀਰ ਕੌਰ ਹੁਰੀ ਆਪਣੇ ਸਵਾਲਾਂ ਦੇ ਵਿੱਚ ਫਸਦੇ ਨਜ਼ਰ ਆ ਰਹੇ ਆ। ਉਹ ਕਹਿੰਦੇ ਆ ਕਿ 2014 ਤੋਂ ਲੈ ਕੇ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਹੋ ਰਹੀਆਂ ਨੇ, ਇਹਦੇ ਵਿੱਚ ਕਦੇ ਸਰਕਾਰਾਂ ਨੇ ਫਿਰ ਇਨਵੈਸਟੀਗੇਸ਼ਨ ਨਹੀਂ ਕੀਤੀ, ਜਿਹਦੇ ਕਰਕੇ ਸਿੰਘੂ ਸਰਹੱਦ ਦੇ ਉੱਤੇ ਇਹ ਕਤਲ ਵਰਗੀ ਵਾਰਦਾਤ ਵਰਤੀ। ਹੁਣ ਜਾਂ ਤਾਂ ਜਗੀਰ ਕੌਰ ਹੁਰੀ ਭੁੱਲ ਗਏ ਜਾਂ ਉਹਨਾਂ ਦੇ ਮੂੰਹੋਂ ਨਿਕਲ ਗਿਆ ਵੀ 14 ਦੇ ਵਿੱਚ ਸਰਕਾਰ ਕਿਹਦੀ ਸੀ, 15 ਦੇ ਵਿੱਚ ਜਦੋਂ ਲੋਕ ਸ਼ਾਂਤਮਈ ਤਰੀਕੇ ਦੇ ਨਾਲ ਪ੍ਰਦਰਸ਼ਨ ਕਰ ਰਹੇ ਸੀ ਇਹਨਾਂ ਬੇਅਦਬੀ ਘਟਨਾਵਾਂ ਦੇ ਵਿਰੋਧ ਦੇ ਵਿੱਚ, ਉਦੋਂ ਸਰਕਾਰ ਕਿਹਦੀ ਸੀ। ਬਹਿਬਲ ਕਲਾਂ ਦੇ ਵਿੱਚ ਜਿਹੜੀ ਗੋਲੀ ਮਾਰ ਕੇ 2 ਜਾਣੇ ਪੁਲਿਸ ਨੇ ਮਾਰ ਦਿੱਤੇ ਸੀ, ਉਦੋਂ ਸਰਕਾਰ ਕਿਹਦੀ ਸੀ। ਜੋਰਾ ਸਿੰਘ ਕਮਿਸ਼ਨ ਕਿਹਨੇ ਬਣਾਇਆ ਸੀ, ਉਹ ਕਮਿਸ਼ਨ ਦੀ ਰਿਪੋਰਟ ਕਿਹਨੇ ਲੈਣ ਤੋਂ ਇਨਕਾਰ ਕੀਤਾ ਸੀ। ਸਵਾਲ ਇੰਨੇ ਨੇ, ਜਗੀਰ ਕੌਰ ਹੁਰੀ ਆਪ ਹੀ ਸਵਾਲ ਕਰਕੇ ਉਹਨਾਂ ਮਾਮਲਿਆਂ ਦੇ ਵਿੱਚ ਫਸ ਗਏ। ਮੇਰੀ ਚਾਚੇ ਤੁਸੀਂ 2-3 ਦਿਨ ਤੋਂ ਇਹ ਦੇਖਿਆ ਹੋਊਗਾ ਕਿ ਲਖੀਮਪੁਰ ਖੀਰੀ 3 ਖੇਤੀ ਕਾਨੂੰਨ, MSP, ਕਿਸਾਨਾਂ ਦਾ ਸੰਘਰਸ਼, ਉੱਥੇ ਹੋਈਆਂ 750 ਦੇ ਕਰੀਬ ਸ਼ਹੀਦੀਆਂ, ਉਹ ਗੱਲਾਂ ਪਾਸੇ ਰੱਖ ਕੇ ਬਹੁਤਾ ਕੁਝ ਇੱਕ ਹੋਰ ਹੀ ਨਵੇਂ ਪਾਸੇ ਵੱਲ ਨੂੰ ਤੁਰ ਪਿਆ। IT ਵਿੰਗ ਜਿਹੜੇ ਉਹ ਪੂਰੇ ਤਰੀਕੇ ਦੇ ਨਾਲ ਸਰਗਰਮ ਨੇ, ਉਹ ਕਿਸੇ ਵੀ ਵਿਰੋਧੀ ਵਿਚਾਰਧਾਰਾ ਵਾਲੇ ਵਿਅਕਤੀ ਦੀ ਮਾਂ ਭੈਣ ਇੱਕ ਕਰ ਰਹੇ ਆ ਸੋਸ਼ਲ ਮੀਡੀਆ ਦੇ ਉੱਤੇ। ਔਰ ਇਹਦੇ ਵਿੱਚ ਬਹੁਤ ਸਾਰੇ ਲੋਕ ਲੱਗੇ ਹੋਏ ਆ ਜਿਹੜੇ ਆਪਣੇ ਨਾਂ ਤੇ ਨਹੀਂ ਹੋਰ ਕਈ ਪੇਜ ਬਣਾਈ ਫਿਰਦੇ ਆ, ਉਹਦੇ ਉੱਤੇ ਕਈ ਕੁਝ ਲਿਖੀ ਤੁਰੇ ਜਾਂਦੇ ਆ, ਕਿਉਂਕਿ ਉਹਨਾਂ ਦਾ ਕੰਮ ਜਿਉਂ ਅੰਦੋਲਨ ਸ਼ੁਰੂ ਹੋਇਆ ਇਹੀ ਰਿਹਾ ਕਿ ਉਲਝਾ ਕੇ ਕਿਵੇਂ ਰੱਖਣਾ, ਉਹ ਕੱਛਾਂ ਵਜਾ ਰਹੇ ਆ। ਪਰ ਜੋ ਕੁਝ ਟ੍ਰਿਬਿਊਨ ਅਦਾਰੇ ਨੇ ਇਹਨੂੰ ਬਿਲਕੁਲ ਅੱਜ ਡਿਫਰੈਂਟ ਐਂਗਲ ਇੱਕ ਦੇ ਦਿੱਤਾ। ਇਸ ਸੰਦਰਭ ਦੇ ਵਿੱਚ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਆਉਂਦੇ ਦਿਨਾਂ ਦੇ ਦੌਰਾਨ ਤੁਹਾਡੇ ਸਾਹਮਣੇ ਹੋਰ ਕਈ ਰੰਗ ਬਿਰੰਗੇ ਖੁਲਾਸੇ ਹੋਣਗੇ। ਅੱਛਾ ਪੰਨੂ ਸਾਹਿਬ, ਇਹ ਦੱਸਿਓ ਵੀ ਕਹਿੰਦੇ ਬੰਦ ਕਮਰਾ ਮੀਟਿੰਗ ਹੋਈ ਚਰਨਜੀਤ ਚੰਨੀ ਤੇ ਨਵਜੋਤ ਸਿੱਧੂ ਦਰਮਿਆਨ, ਤੇ ਉੱਥੇ ਗਰਮਾ ਗਰਮੀ ਹੋਈ ਜੀ, ਕੋਈ ਧਮਕੀਆਂ ਹੋਈਆਂ ਉੱਥੇ ਅਸਤੀਫੇ ਨੂੰ ਲੈ ਕੇ। ਕੀ ਵੇਰਵਾ ਜੀ, ਕੀ ਗੱਲ ਆ ਰਹੀ ਹੈ ਮੀਟਿੰਗ ਤੋਂ ਬਾਹਰ? 2 ਜਣਿਆਂ ਦੀ ਤਾਂ ਨਹੀਂ, ਪਰ ਇਹਦੇ ਵਿੱਚ ਜਿਹੜੇ ਇੱਕ ਸ਼ਾਮਲ ਸਨ ਜੀ ਹਰੀਸ਼ ਚੌਧਰੀ ਹੋਰੀ, ਜਿਹੜੇ ਕਾਂਗਰਸ ਦੇ ਅਬਜ਼ਰਵਰ ਨੇ, ਰਾਹੁਲ ਗਾਂਧੀ ਦੇ ਕਰੀਬੀ ਕ੍ਰਿਸ਼ਨਾ ਅਲਾਵਰੂ ਤੇ ਪ੍ਰਗਟ ਸਿੰਘ, ਇਹ ਵੀ ਇਹਦੇ ਵਿੱਚ ਸ਼ਾਮਲ ਦੱਸੇ ਜਾਂਦੇ ਨੇ। ਦੇਰ ਰਾਤ ਤੱਕ ਇਹ ਮੀਟਿੰਗ ਚੱਲੀ ਦੱਸੀ ਜਾਂਦੀ ਆ। ਇਸ ਮੀਟਿੰਗ ਦੇ ਵਿੱਚੋਂ ਵੀ ਜਿਵੇਂ ਆਸ ਸੀਗੀ ਕਿ ਕੋਈ ਨਾ ਕੋਈ ਹੱਲ ਨਿਕਲੂਗਾ, ਉਹ ਹੱਲ ਨਿਕਲਿਆ ਨਹੀਂ। ਇਹਦੇ ਵਿੱਚੋਂ ਕੁਝ ਗੱਲਾਂ ਸਾਹਮਣੇ ਜ਼ਰੂਰ ਆ ਰਹੀਆਂ ਨੇ। ਇਹ ਕਿਹਾ ਜਾ ਰਿਹਾ ਕਿ ਇਹਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਰਵੱਈਆ ਵੇਖ ਕੇ ਚਰਨਜੀਤ ਸਿੰਘ ਚੰਨੀ ਹੋਰੀ ਕੁਝ ਮਾਮਲਿਆਂ ਦੇ ਉੱਤੇ ਔਖੇ ਹੋਏ ਦੱਸੇ ਜਾਂਦੇ ਆ। ਇਹ ਕਿਹਾ ਜਾ ਰਿਹਾ ਕਿ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਇਸ ਮੀਟਿੰਗ ਦੇ ਵਿੱਚ ਇੱਥੋਂ ਤੱਕ ਗੱਲ ਕਹਿ ਦਿੱਤੀ ਕਿ ਮੈਂ ਆਪਣਾ ਅਹੁਦਾ ਛੱਡਣਾ ਚਾਹੁੰਦਾ, ਨਵਜੋਤ ਸਿੰਘ ਸਿੱਧੂ ਹੋਰੀ ਮੁੱਖ ਮੰਤਰੀ ਬਣ ਜਾਣ, 2 ਮਹੀਨਿਆਂ ਦੇ ਵਿੱਚ ਪਰਫਾਰਮ ਕਰਕੇ ਵਿਖਾ ਦੇਣ। ਹੁਣ ਹਾਲਾਂਕਿ ਕਾਂਗਰਸੀ ਇਸ ਮਾਮਲੇ ਦੇ ਉੱਤੇ ਖੁੱਲ੍ਹ ਕੇ ਕੋਈ ਕੁਝ ਨਹੀਂ ਬੋਲ ਰਿਹਾ, ਪਰ ਇੰਨਾ ਜ਼ਰੂਰ ਆ ਕਿ ਇਹ ਕਿਹਾ ਜਾ ਰਿਹਾ ਕਿ ਅੰਦਰ ਜਿਹੜੀ ਇਹ ਨੋਕ ਝੋਕ ਆ ਉਹ ਵਾਹਵਾ ਤਕੜੀ ਹੋਈ ਆ, ਕਿਉਂਕਿ ਜਿਹੜੀ ਪ੍ਰੈਸ ਕਾਨਫਰੰਸ ਹੋਈ ਚੰਨੀ ਹੋਰਾਂ ਵਾਲੀ, ਉਹਦੇ ਵਿੱਚ ਜਦੋਂ ਉਹਨਾਂ ਨੂੰ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਇਹ ਗੱਲ ਕਹੀ ਕਿ ਫਿਕਰ ਨਾ ਕਰੋ, ਅਗਲੀ ਵਾਰੀ ਉਹ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਹੀ ਤੁਹਾਡੇ ਸਾਹਮਣੇ ਬਿਠਾ ਦੇਣਗੇ। ਜਦੋਂ 13 ਨੁਕਾਤੀ ਮੁੱਦੇ ਦਾ ਪੁੱਛਿਆ ਤਾਂ ਉਹਨਾਂ ਨੇ ਇਹ ਗੱਲ ਕਹੀ ਕਿ 13 ਨੂੰ ਛੱਡੋ, 18 ਜਾਂ ਜਿੰਨੇ ਵੀ ਵਾਅਦੇ ਕਾਂਗਰਸ ਨੇ ਕੀਤੇ ਸੀ, ਮੈਂ ਤਾਂ ਉਹਨਾਂ ਸਾਰਿਆਂ ਦੇ ਉੱਤੇ ਕੰਮ ਕਰਨ ਦੇ ਵਾਸਤੇ ਤਿਆਰ ਹਾਂ। ਹੁਣ ਸਵਾਲ ਜਿਹੜਾ ਨਾ ਜੀ ਵੱਡਾ ਇਹ ਬਣਦਾ
ਕਿ ਮਹੀਨੇ 2 ਬਚੇ ਆ। ਮੈਂ ਕੱਲ ਵੀ ਤੁਹਾਨੂੰ ਕੈਲਕੂਲੇਟ ਕਰਕੇ ਦੱਸਿਆ 60 ਦਿਨ ਜਿਹੜੇ ਉਹ ਬਚਦੇ ਆ, ਤੇ ਜਦੋਂ ਦਿਨਾਂ ਦੀ ਖੇਡ ਹੋਵੇ ਉਦੋਂ ਇਹਦੀ ਏਡੀ ਛੇਤੀ ਕੀ ਕੀਤਾ ਜਾ ਸਕਦਾ, ਇਹ ਆਪਣੇ ਆਪ ਦੇ ਵਿੱਚ ਇਹ ਇੱਕ ਵੱਡਾ ਸਵਾਲ ਆ। ਇਹ ਨਹੀਂ ਪਤਾ ਕਿ ਕਾਂਗਰਸ ਨੇ ਆਪਣੇ ਇਸ ਕਾਟੋ ਕਲੇਸ਼ ਦੇ ਵਿੱਚ ਇਹਨਾਂ 60 ਦਿਨਾਂ ਦੇ ਵਿੱਚੋਂ ਹੋਰ ਕਿੰਨੇ ਕੁ ਦਿਨ ਇਸੇ ਕੰਮ ਦੇ ਉੱਤੇ ਲਾ ਦੇਣੇ ਆ। ਜੇ ਇਸ ਵੇਲੇ ਦੇਖਿਆ ਜਾਵੇ ਤਾਂ ਬੜੇ ਵੱਡੇ ਨਾਮ ਮੰਤਰੀਆਂ ਦੇ ਜਿਹੜੇ ਪਹਿਲਾਂ ਵੀ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਸੀ, ਉਹਨਾਂ ਨੇ ਮੰਤਰਾਲੇ ਲੈ ਲਏ, ਬੜੇ ਭਾਰੇ ਮੰਤਰਾਲੇ ਲੈ ਲਏ, ਪਰ ਉਦੋਂ ਬਾਅਦ ਉਹ ਦੇਸੀ ਨਹੀਂ ਰਹੇ ਕਿ ਗਏ ਕਿੱਥੇ, ਕੰਮ ਕਰਦੇ ਵੀ ਪਏ ਆ ਜਾਂ ਨਹੀਂ। ਜੇ ਕੋਈ ਕੰਮ ਕਰਦੇ ਦੀਂਦੇ ਆ ਤੇ 2 ਜਾਂ 3 ਦਿਸਦੇ ਆ। ਪ੍ਰਗਟ ਸਿੰਘ ਹੋਰਾਂ ਦੀ ਉਹ ਦਿਸਦੇ ਆ ਕੰਮ ਕਰਦੇ, ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਦੀ ਐਕਟੀਵਿਟੀ ਨਜ਼ਰ ਆ ਰਹੀ ਹੈ। ਇਹਨਾਂ ਸਭ ਤੋਂ ਉੱਪਰ ਰਾਜਾ ਵੜਿੰਗ ਹੋਰਾਂ ਦਾ ਕੰਮ ਉਹ ਨਜ਼ਰ ਆ ਰਿਹਾ ਕਿ ਉਹ ਪੰਜਾਬ ਦੇ ਵਿੱਚ ਘੱਟੋ ਘੱਟ ਕੋਸ਼ਿਸ਼ ਕਰ ਰਹੇ ਆ। ਬਾਕੀ ਜਿਹੜੇ ਸੀਨੀਅਰ ਅਖਵਾਉਂਦੇ, ਜਿਨ੍ਹਾਂ ਨੇ ਸੀਨੀਅਰ ਹੋਣ ਕਰਕੇ ਵੱਡੇ ਅਹੁਦੇ ਲਏ, ਉਹ ਸਾਰੇ ਕਿੱਥੇ ਗਏ, ਇਹ ਬੜਾ ਵੱਡਾ ਸਵਾਲ ਹੈ ਜੀ। ਅੱਛਾ ਪੰਨੂ ਸਾਹਿਬ, ਇਹ ਦੱਸਿਓ ਵੀ ਯੂਪੀ ਦੇ ਵਿੱਚ ਹੁਣ ਕਾਂਗਰਸ ਵੱਲੋਂ ਇੱਕ ਨਵੀਂ ਸਟ੍ਰੈਟਜੀ ਅਪਣਾਈ ਜਾ ਰਹੀ ਆ। ਕਹਿੰਦੇ ਜਿਹੜੀ ਉਮੀਦਵਾਰੀ ਦੇਣੀ ਹੈ 40% ਔਰਤਾਂ ਹੋਣਗੀਆਂ ਕੈਂਡੀਡੇਟਸ ਅਗਲੀਆਂ ਚੋਣਾਂ ਦੇ ਵਿੱਚ। ਦੇਖੋ, ਇਹ ਮਾਮਲਾ ਜਿਹੜੀਆਂ ਨੈਸ਼ਨਲ ਪਾਰਟੀਆਂ ਨੇ ਸਾਰੀਆਂ ਦੇ ਵਿੱਚ ਬਹੁਤ ਸਾਰੇ ਸਾਲਾਂ ਤੋਂ ਚੱਲਦਾ ਰਿਹਾ। ਡਾਕਟਰ ਸਾਹਿਬ ਦੀ ਸਰਕਾਰ ਦੇ ਵੇਲੇ, ਡਾਕਟਰ ਮਨਮੋਹਨ ਸਿੰਘ ਹੋਰਾਂ ਦੀ ਸਰਕਾਰ ਦੇ ਵੇਲੇ ਵੀ 33% ਔਰਤਾਂ ਨੂੰ ਰਾਖਵਾ ਕਰਨ ਦੀ ਗੱਲ ਚੱਲਦੀ ਸੀ, ਪਰ ਇਹ ਕਾਨੂੰਨਨ ਰੂਪ ਕਦੀ ਵੀ ਧਾਰ ਨਹੀਂ ਸਕੀ। ਇਸ ਕਰਕੇ ਇੱਥੇ ਪੰਜਾਬ ਦੇ ਵਿੱਚ ਜਦੋਂ ਚੋਣਾਂ ਹੋਈਆਂ ਸੀਗੀਆਂ ਨਿਗਮ ਦੀਆਂ, ਉਹਦੇ ਵਿੱਚ ਕਾਂਗਰਸ ਨੇ 50% ਸੀਟਾਂ ਔਰਤਾਂ ਨੂੰ ਦਿੱਤੀਆਂ ਸੀਗੀਆਂ। ਦੇਖੋ, ਉਹ ਪਾਰਟੀ ਆਪਣੇ ਤੌਰ ਦੇ ਉੱਤੇ ਕੋਈ ਦਿੰਦੀ ਆ ਤੇ ਉਹਦੇ ਨਾਲ ਰਿਜ਼ਰਵੇਸ਼ਨ ਨਹੀਂ ਹੁੰਦੀ, ਰਿਜ਼ਰਵ ਨਹੀਂ ਹੁੰਦੀ ਕੋਈ ਵੀ ਸੀਟ। ਅੱਜ ਕਾਂਗਰਸ ਨੇ ਇੱਕ ਬਹੁਤ ਵੱਡਾ ਪੱਤਾ ਖੇਡਿਆ ਉੱਤਰ ਪ੍ਰਦੇਸ਼ ਦੇ ਵਿੱਚ, ਔਰ ਇਹ ਗੱਲ ਆਖੀ ਆ ਕਿ 40% ਸੀਟਾਂ ਉਹ ਔਰਤਾਂ ਨੂੰ ਦੇਊਗੀ। 403 ਵਿਧਾਨ ਸਭਾ ਦੀਆਂ ਸੀਟਾਂ ਨੇ ਉੱਤਰ ਪ੍ਰਦੇਸ਼ ਦੀਆਂ, ਉਹਦੇ ਹਿਸਾਬ ਦੇ ਨਾਲ 161 ਔਰਤ ਉਮੀਦਵਾਰ ਉਤਾਰੂਗੀ। ਜਿਹੜੇ ਇਹ ਮੇਰਾ ਖਿਆਲ ਜਿਹੜੀਆਂ ਦੂਸਰੀਆਂ ਵੱਡੀਆਂ ਪਾਰਟੀਆਂ ਨੇ, ਜਿਹਦੇ ਵਿੱਚ ਸਮਾਜਵਾਦੀ ਪਾਰਟੀ ਆ ਜਾਂਦੀ ਆ, ਭਾਰਤੀ ਜਨਤਾ ਪਾਰਟੀ ਆ ਜਾਂਦੀ ਆ, ਇਹਦੇ ਵਿੱਚ ਜਿਹੜੇ ਬਹੁਜਨ ਸਮਾਜ ਪਾਰਟੀ ਆ ਜਾਂਦੀ ਆ ਉੱਤਰ ਪ੍ਰਦੇਸ਼ ਦੀਆਂ ਵੱਡੀਆਂ ਪਾਰਟੀਆਂ ਦੇ ਵਿੱਚ, ਉਹਨਾਂ ਦੇ ਵਾਸਤੇ ਮੁਸ਼ਕਲ ਤਾਂ ਖੜੀ ਇਸ ਮਾਮਲੇ ਦੇ ਉੱਤੇ ਹੋਊਗੀ। ਪਰ ਕਿਉਂਕਿ ਇਹ ਰਿਜ਼ਰਵ ਨਹੀਂ ਗਈਆਂ ਸੀਟਾਂ, ਉਹ ਜਿੱਥੋਂ ਮਰਜ਼ੀ ਦੇ ਸਕਦੇ ਆ। ਜਦੋਂ ਆਪਾਂ ਦੇਖਦੇ ਆ ਕਿ ਕਿਤੇ ਪੰਚੀ ਜਾਂ ਸਰਪੰਚੀ ਰਿਜ਼ਰਵ ਹੋ ਜਾਂਦੀ ਆ ਔਰਤਾਂ ਦੇ ਵਾਸਤੇ, ਤੇ ਉੱਥੇ ਫਿਰ ਉਹ ਕੀ ਕਰਦੇ ਆ, ਜਿਹੜੇ ਬੰਦੇ ਆ ਉਹ ਜਾਂ ਆਪਣੀ ਵਾਈਫ ਨੂੰ ਖੜਾ ਕਰ ਦਿੰਦੇ ਆ, ਜਾਂ ਫਿਰ ਕਿਤੇ ਆਪਣੀ ਮਾਂ ਨੂੰ ਖੜਾ ਕਰ ਦਿੰਦੇ ਆ, ਆਪਣੀ ਮਦਰ ਨੂੰ ਖੜਾ ਕਰ ਦਿੰਦੇ ਆ। ਤੇ ਜਿਹੜੇ ਇੱਥੇ ਸਰਪੰਚ, ਜਿਨ੍ਹਾਂ ਦੀਆਂ ਔਰਤਾਂ ਸਰਪੰਚ ਹੁੰਦੀਆਂ ਨੇ, ਉਹ ਅਕਸਰ ਬੰਦਾ ਹੀ ਸਰਪੰਚ ਸਾਹਿਬ ਅਖਵਾਉਂਦਾ, ਤੇ ਉਹ ਜਿਹੜੀ ਮੋਹਰ ਆ ਆਪਣੀ ਜੇਬ 'ਚ ਪਾਈ ਫਿਰਦਾ ਹੁੰਦਾ ਵੀ ਦੱਸੋ ਕਿੱਥੇ ਲਵਾਉਣੀ ਆ। ਹੁਣ ਇੱਥੇ ਇੱਕ ਜਿਹੜਾ ਪੁਆਇੰਟ ਇਹ ਵੀ ਉੱਠ ਰਿਹਾ ਕਿ ਇਹਦੇ ਨਾਲ ਜਿਹੜਾ ਆਲਰੇਡੀ ਪਰਿਵਾਰ ਸਿਆਸਤ ਦੇ ਵਿੱਚ ਨੇ, ਕਿ ਉਹ ਆਪਣੀਆਂ ਔਰਤਾਂ ਨੂੰ ਮੂਹਰੇ ਕਰ ਦੇਣਗੇ ਜੇ ਕਿਸੇ ਨੂੰ ਇਹ ਲੱਗਦਾ ਹੋਊਗਾ ਕਿ ਉਹਨਾਂ ਨੂੰ ਸੀਟ ਨਹੀਂ ਮਿਲਣੀ। ਇਸ ਮਾਮਲੇ ਦੇ ਉੱਤੇ ਪ੍ਰਿਯੰਕਾ ਗਾਂਧੀ ਵਾਡਰਾ, ਜਿਨ੍ਹਾਂ ਨੇ ਅੱਜ ਲਖਨਊ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ 40% ਔਰਤਾਂ ਨੂੰ ਸੀਟਾਂ ਦੇਣ ਦਾ ਐਲਾਨ ਕੀਤਾ, ਉਹਨਾਂ ਨੇ ਕਿਹਾ ਇਹਦੇ ਵਿੱਚ ਹਰਜ ਕੋਈ ਨਹੀਂਗਾ, ਕਿਉਂਕਿ ਜੇ ਉਹ ਇਹ ਕਹਿੰਦੇ ਆ ਕਿ ਅਸੀਂ ਗੈਰ ਰਾਜਨੀਤਿਕ ਪਰਿਵਾਰ ਤੋਂ ਔਰਤਾਂ ਨੂੰ ਲੈ ਕੇ ਆਉਣਾ, ਤੇ ਇਹਦੇ ਵਿੱਚ ਸਮੱਸਿਆ ਵਾਕਈ ਵੱਡੀ ਇਹ ਆ ਸਕਦੀ ਹੈ ਜੀ ਕਿ ਗਰਾਊਂਡ ਹੋਣੀ ਚਾਹੀਦੀ ਆ। ਔਰਤਾਂ ਨੂੰ ਪਹਿਲਾਂ ਕਿੰਨੀ ਕੁ ਜਗ੍ਹਾ ਦੇ ਉੱਤੇ ਸਿਆਸੀ ਪਾਰਟੀਆਂ ਨੇ ਇੰਨੀਆਂ ਸੀਟਾਂ ਦਿੱਤੀਆਂ ਨੇ। ਜੇ ਹੇਠੋਂ ਤੁਸੀਂ ਲਿਆਂਦਾ ਹੋਵੇ ਪੰਚੀ ਨਿਗਮ ਤੋਂ, ਸਰਪੰਚੀ ਤੋਂ, ਫਿਰ ਤਾਂ ਇਹ ਮੰਨਿਆ ਜਾਂਦਾ ਕਿ ਉੱਪਰ ਤੁਸੀਂ ਉਹਨਾਂ ਨੂੰ ਸੀਟਾਂ ਦੇ ਦਿਓਗੇ। 161 ਉਮੀਦਵਾਰਾਂ ਨੂੰ ਔਰਤਾਂ ਨੂੰ ਕਾਂਗਰਸ ਉਮੀਦਵਾਰ ਬਣਾਊਗੀ। ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਆ, ਇੱਕ ਵੱਡਾ ਇਸ਼ੂ ਉਹਨੇ ਰੇਜ਼ ਕਰ ਦਿੱਤਾ ਉੱਤਰ ਪ੍ਰਦੇਸ਼ ਦੇ ਵਿੱਚ, ਔਰ ਉਹਨੇ ਇਹ ਸੀਟਾਂ ਜਿਹੜੀਆਂ ਉਹਨਾਂ ਔਰਤਾਂ ਨੂੰ ਜਾਂ ਕੁੜੀਆਂ ਨੂੰ ਸਮਰਪਿਤ ਕੀਤੀਆਂ ਨੇ ਜਿਹੜੀਆਂ ਕਿਸੇ ਨਾ ਕਿਸੇ ਹਿੰਸਾ ਦਾ ਸ਼ਿਕਾਰ ਹੁੰਦੀਆਂ ਰਹੀਆਂ ਨੇ, ਚਾਹੇ ਉਹ ਗੈਂਗ ਰੇਪ ਹੈ, ਚਾਹੇ ਦੂਸਰੇ ਮਾਮਲੇ ਨੇ। ਇਹ ਕਿਹਾ ਕਿ ਉਹਨਾਂ ਦੀ ਆਵਾਜ਼ ਦਬੇ ਨਾ, ਉਹਨਾਂ ਵਰਗੀ ਆਵਾਜ਼ ਦਬੇ ਨਾ, ਇਸ ਕਰਕੇ ਇੰਨੀਆਂ ਸੀਟਾਂ ਦਿੱਤੀਆਂ ਜਾ ਰਹੀਆਂ ਨੇ ਜੀ। ਅੱਛਾ ਪੰਨੂ ਸਾਹਿਬ, ਅੱਜ ਇਹ ਐਲਾਨ ਕੀਤਾ ਗਿਆ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿ ਜਿਹੜੀ ਨਵੀਂ ਪਾਰਟੀ ਹੈ ਉਹ ਬਣਾਈ ਜਾਏਗੀ। ਇਸ ਨੂੰ ਲੈ ਕੇ ਕਿਆਸਰਾਈਆਂ ਪਹਿਲਾਂ ਵੀ ਚੱਲਦੀਆਂ ਰਹੀਆਂ, ਤੇ ਅੱਜ ਉਧਰੋਂ ਸੁਖਪਾਲ ਖਹਿਰਾ ਨੇ ਜਿਹੜਾ ਉਹਨਾਂ ਦਾ ਅਸਤੀਫਾ ਸੀ, ਮੇਰੇ ਖਿਆਲ ਉਹ ਵੀ ਮਨਜ਼ੂਰ ਹੋ ਗਿਆ। ਸੋ ਸੁਖਪਾਲ ਖਹਿਰਾ ਕੀ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਣਗੇ? ਦੇਖੋ, ਇਹ ਤਾਂ ਨਹੀਂ ਅਜੇ ਕਿਹਾ ਜਾ ਸਕਦਾ। ਇਹ ਸਵਾਲ ਤੁਹਾਡਾ ਬਹੁਤ ਜਾਇਜ਼ ਹੈ, ਸਮੇਂ ਵਾਲਾ ਜੀ, ਕਿ ਉਧਰ ਉਹ ਚਲੇ ਜਾਣਗੇ। ਸੁਖਪਾਲ ਸਿੰਘ ਖਹਿਰਾ ਦਾ ਅਸਤੀਫਾ ਪਹਿਲਾਂ ਵੀ ਕੰਧ ਤੇ ਚੜਾਈ ਤੋਰੀ ਦੀ ਵਾਲ ਵਾਂਗੂ, ਉਹ ਤੋਰੀ ਵਾਂਗੂ ਲਮਕਦਾ ਹੀ ਰਿਹਾ।
ਤਕਰੀਬਨ ਤੁਸੀਂ ਦੇਖੋ 2-2.5 ਸਾਲ ਤਾਂ ਹੋ ਗਏ ਉੱਥੇ ਕੀ ਤੁਰਿਆ ਫਿਰਦਾ ਨਾ ਜੀ। ਤੇ ਅੱਜ ਵਿਧਾਨ ਸਭਾ ਦੇ ਸੈਕਟਰੀਏਟ ਨੇ ਇਹਦੇ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰਕੇ ਇਹਨੂੰ ਖਾਲੀ ਐਲਾਨ ਦਿੱਤਾ ਜੀ ਭੁਲੱਥ ਵਿਧਾਨ ਸਭਾ ਹਲਕੇ ਨੂੰ। ਹੁਣ ਤਾਂ ਚੋਣਾਂ ਦੇ ਵਿੱਚ ਥੋੜਾ ਜਿਹਾ ਸਮਾਂ ਰਹਿੰਦਾ ਤੇ ਜ਼ਿਮਨੀ ਚੋਣ ਦੇ ਤਾਂ ਕੋਈ ਅਸਾਰ ਹੀ ਨਹੀਂ ਗੇ। ਜੇ 6 ਮਹੀਨੇ ਤੋਂ ਵੱਧ ਦਾ ਸਮਾਂ ਰਹਿੰਦਾ ਹੁੰਦਾ ਤੇ ਜ਼ਿਮਨੀ ਚੋਣ ਹੁੰਦੀ ਹੈ। ਸੁਖਪਾਲ ਸਿੰਘ ਖਹਿਰਾ ਹੋਰੀ ਵੀ ਜਾਣਬੁੱਝ ਕੇ ਇਹਨੂੰ ਲਮਕਾਉਂਦੇ ਰਹੇ ਵੀ ਜੇ ਜ਼ਿਮਨੀ ਚੋਣ ਹੋਗੀ ਫਿਰ ਉਹਨਾਂ ਦੇ ਵਾਸਤੇ ਮੁਸ਼ਕਲ ਖੜੀ ਹੋ ਸਕਦੀ ਹੈ। ਸੁਖਪਾਲ ਸਿੰਘ ਖਹਿਰਾ ਹੋਰਾਂ ਦੀ ਜਿਹੜੀ ਕਾਂਗਰਸ ਦੇ ਵਿੱਚ ਜੁਆਇਨਿੰਗ ਵੀ ਅਜੀਬੋ ਗਰੀਬ ਹੈ ਕਿਉਂਕਿ ਹੈਲੀਪੈਡ ਜੁਆਇਨਿੰਗ ਦੇ ਤੌਰ ਦੇ ਉੱਤੇ ਉਹ ਜਾਣੀ ਜਾਂਦੀ ਹੈ। ਉਹ ਭੱਜੇ ਗਏ ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰੀ ਦਿੱਲੀ ਜਾ ਰਹੇ ਸੀ। ਉਹ ਕਹਿੰਦੇ ਖਿਚਾਓ ਇੱਕ ਫੋਟੋ ਮੈਂ ਕਾਂਗਰਸ 'ਚ ਆਉਣਾ ਤੇ ਨਾਲ ਦੀ ਨਾਲ ਫੋਟੋ ਖਿਚਾ ਕੇ ਪਹਿਲਾਂ ਪੱਤਰਕਾਰ ਉਹਨਾਂ ਨੂੰ ਪੁੱਛਦੇ ਰਹੇ ਜੁਆਇਨ ਕਰੋਗੇ, ਕਹਿੰਦੇ ਨਹੀਂ ਅਸੀਂ ਤਾਂ ਆਪਣੇ ਨਿੱਜੀ ਕੰਮਾਂ ਲਈ ਗਏ ਆ। ਜਦੋਂ ਵਾਪਸ ਆਏ ਕਹਿੰਦੇ ਮੈਂ ਕਾਂਗਰਸ ਜੁਆਇਨ ਕਰਿਆ। ਹੁਣ ਤੁਹਾਡਾ ਜਿਹੜਾ ਸਵਾਲ ਹੈ ਕਿ ਕੀ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਨਾਲ ਜਾਣਗੇ, ਮੈਨੂੰ ਲੱਗਦਾ ਕਿ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਵਾਸਤੇ ਮੁਸ਼ਕਲ ਸਥਿਤੀ ਬਣੂਗੀ ਵੱਡੀ। ਉਹ ਕੈਪਟਨ ਅਮਰਿੰਦਰ ਸਿੰਘ ਹੋਰੀ ਉਹਨਾਂ ਨੂੰ ਲੈ ਕੇ ਆਏ ਸੀਗੇ ਪਰ ਕਾਂਗਰਸ ਦੇ ਵਿੱਚ ਉਹਨਾਂ ਦੀ ਪੁੱਛਗਿੱਛ ਹੈ ਨਹੀਂ ਗੀ ਇੰਨੀ ਹੁਣ ਕਿਉਂਕਿ ਸਾਰਾ ਕੁਝ ਬਦਲ ਗਿਆ। ਇੱਥੇ ਜਿਹੜੀਆਂ ਲੀਡਰਸ਼ਿਪ ਬਦਲ ਗਈ। ਅੱਜ ਉਹਨਾਂ ਨੇ ਰਾਣਾ ਗੁਰਜੀਤ ਸਿੰਘ ਦੇ ਉੱਤੇ ਕੁਝ ਹਮਲੇ ਕੀਤੇ। ਰਾਣਾ ਗੁਰਜੀਤ ਸਿੰਘ ਹੋਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਖਾਸ ਹੈ, ਇਹ ਸਭ ਨੂੰ ਪਤਾ ਹੈ। ਜੇ ਉਹ ਰਾਣਾ ਗੁਰਜੀਤ ਸਿੰਘ ਹੋਰਾਂ ਦੇ ਵਿਰੋਧ ਦੇ ਵਿੱਚ ਬੋਲ ਰਹੇ ਆ ਤਾਂ ਇਟ ਮੀਨਸ ਕਿ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਨਾਲ ਨਹੀਂ ਜਾ ਰਹੇ ਜਾਂ ਨਹੀਂ ਜਾਣਗੇ। ਤਾਂ ਜੇ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਨਾਲ ਜਾਂਦੇ ਆ ਤੇ ਮੇਰੀ ਜਾਚੇ ਜੇ ਕਿਸੇ ਨੂੰ ਮਾੜਾ ਮੋਟਾ ਲੱਗਦਾ ਹੋਵੇ ਵੀ ਥੋੜੀ ਬਹੁਤ ਕੋਈ ਭਵਿੱਖ ਬਚਿਆ ਸੁਖਪਾਲ ਸਿੰਘ ਖਹਿਰਾ ਹੋਰਾਂ ਦਾ ਸਿਆਸਤ ਦੇ ਵਿੱਚ ਤੇ ਮੇਰਾ ਖਿਆਲ ਉਹ ਅਗਲੇ ਕੁਝ ਮਹੀਨਿਆਂ ਦੇ ਵਿੱਚ ਹੀ ਖਤਮ ਕਰ ਲੈਣਗੇ ਜੀ ਫਿਰ ਜੇ ਇੱਧਰ ਜਾਣਗੇ ਜੀ। ਕਿੰਨਾ 2.5 ਸਾਲ ਇੰਤਜ਼ਾਰ ਹੁੰਦਾ ਰਿਹਾ ਜੀ ਇਸ ਅਸਤੀਫੇ ਦਾ? ਬਿਲਕੁਲ ਜੀ 2.5 ਸਾਲ ਲਗਭਗ ਚੱਲਦਾ ਰਿਹਾ ਜੀ। ਮੈਂ ਅਸਤੀਫਾ ਦੇਤਾ, ਉਹ ਮਨਜ਼ੂਰ ਨਹੀਂ ਹੋਇਆ, ਉਹ ਕਰ ਲਿਆ ਗਿਆ ਜੀ, ਉਹ ਰਹਿ ਗਿਆ ਜੀ। ਉਹ ਕਹਿੰਦੇ ਜੀ ਦੁਬਾਰਾ ਪੇਸ਼ ਹੋਵੋ ਜੀ, ਤੁਹਾਨੂੰ ਪਰਸਨਲ ਤੌਰ ਤੇ ਪੇਸ਼ ਹੋਵੋ ਕਿਉਂਕਿ ਅਸਤੀਫਾ ਦੇਣ ਦੇ ਵਾਸਤੇ ਨਾ ਜੀ ਇੱਕ 2 ਹਰਫੀ ਗੱਲ ਲਿਖਣੀ ਪੈਂਦੀ ਹੈ ਕਿ ਮੈਂ ਆਪਣੀ ਵਿਧਾਨ ਸਭਾ ਸੀਟ ਤੋਂ ਅਸਤੀਫਾ ਦਿੰਨਾ, ਦੈਟਸ ਇਟ, ਥੱਲੇ ਸਾਈਨ। ਜੇ ਤੁਸੀਂ ਉਹਦੇ ਵਿੱਚ ਸੈਕੰਡ ਲਾਈਨ ਲਿਖਤੀ, ਤੀਸਰੀ ਲਾਈਨ ਲਿਖਤੀ, ਚੌਥੀ ਲਾਈਨ, ਉਹ ਅਸਤੀਫਾ ਮਨਜ਼ੂਰ ਨਹੀਂ ਹੁੰਦਾ। ਉਹਦੇ ਤੁਸੀਂ ਡਿਟੇਲ ਨਹੀਂ ਦੇ ਸਕਦੇ। ਇਹ ਸਿਆਸਤਦਾਨ ਕੀ ਕਰਦੇ ਆ ਸ਼ੈਤਾਨ ਨੇ, ਇਹ ਲੰਬੀ ਚੌੜੀ ਚਿੱਠੀ ਲਿਖ ਦਿੰਦੇ ਆ ਵਿਸਥਾਰ ਦੇ ਤਹਿਤ ਐਸ ਵਜ੍ਹਾ ਕਰਕੇ ਮੈਂ ਅਸਤੀਫਾ ਦੇ ਰਿਹਾ। ਉਹਨਾਂ ਨੂੰ ਪਤਾ ਮਨਜ਼ੂਰ ਨਹੀਂ ਹੋਣਾ, ਉਹ ਹੁੰਦਾ ਨਹੀਂ ਮਨਜ਼ੂਰ। ਸਿਰਫ ਜਿਹੜਾ ਜੀ ਉਹ 2 ਹਰਫੀ ਹੁੰਦਾ ਕਿ ਮੈਂ ਆਪਣੇ ਅਹੁਦੇ ਤੋਂ ਇਸ ਵਿਧਾਨ ਸਭਾ ਸੀਟ ਤੋਂ ਅਸਤੀਫਾ ਦਿੰਦਾ। ਪੰਨੂ ਸਾਹਿਬ ਹੁਣ ਸਿਰਸਾ ਡੇਰਾ ਮੁਖੀ ਨੂੰ ਤੀਜੀ ਸਜ਼ਾ ਜਦੋਂ ਸੁਣਾ ਦਿੱਤੀ ਗਈ ਹੈ ਕੱਲ, ਉਸ ਤੋਂ ਬਾਅਦ ਡੇਰਾ ਸਿਰਸਾ ਦੇ ਵਿੱਚ ਕਿਸ ਤਰ੍ਹਾਂ ਦਾ ਰਿਐਕਸ਼ਨ ਹੈ ਜੀ? ਦੇਖੋ ਜਦੋਂ ਇੱਥੇ ਪੰਚਕੂਲੇ ਦੀ ਅਦਾਲਤ ਨੇ 17 ਦੇ ਵਿੱਚ ਉਹਨੂੰ ਦੋਸ਼ੀ ਕਰਾਰ ਦਿੱਤਾ ਸੀਗਾ, ਉਸ ਟਾਈਮ ਲੱਖ ਤੋਂ ਉੱਪਰ ਡੇਰਾ ਪ੍ਰੇਮੀ ਪੰਚਕੂਲੇ ਦੇ ਵਿੱਚ ਹੀ ਆ ਕੇ ਬੈਠ ਗਏ ਸੀਗੇ ਔਰ ਬੜੀ ਹਿੰਸਾ ਹੋਈ ਸੀ। ਉਸ ਤੋਂ ਬਾਅਦ ਤੋੜ ਫੋੜ ਹੋਈ ਸੀਗੀ। 31 ਦੇ ਕਰੀਬ ਜਿਹੜੇ ਪ੍ਰੇਮੀ ਸਨ ਉਹਨਾਂ ਦੀ ਮੌਤ ਹੋਈ ਸੀਗੀ ਪੁਲਿਸ ਦੀ ਗੋਲੀ ਦੇ ਨਾਲ। ਜਦੋਂ ਇਹ ਕੱਲ ਸਜ਼ਾ ਸੁਣਾਈ ਜਾਣੀ ਸੀਗੀ ਤਾਂ ਉਸ ਵੇਲੇ ਧਾਰਾ 144 ਲਾਈ ਗਈ ਸਿਰਸੇ ਦੇ ਵਿੱਚ, ਪੰਚਕੂਲਾ ਦੇ ਵਿੱਚ ਵੀ ਬੜੀ ਸਖਤੀ ਰਹੀ। ਪਰ ਡੇਰੇ ਦੇ ਅੰਦਰ ਜਿਹੜੇ ਪ੍ਰਬੰਧਕ ਨੇ ਉਹਨਾਂ ਦੇ ਨਾਲ ਸਿਰਸਾ ਪ੍ਰਸ਼ਾਸਨ ਨੇ ਗੱਲਬਾਤ ਕੀਤੀ ਔਰ ਇਹ ਉਹਨਾਂ ਨੂੰ ਦੱਸਿਆ, ਮੈਸੇਜ ਕਨਵੇ ਕੀਤਾ ਕਿ ਸਖਤੀ ਕੀਤੀ ਹੋਈ ਆ, ਜੇ ਕੋਈ ਬਾਹਰ ਆ ਕੇ ਗੜਬੜ ਕਰੂਗਾ ਤੇ ਉਹਦੇ ਨਾਲ ਸਖਤੀ ਨਾਲ ਨਿਪਟਿਆ ਜਾ ਸਕਦਾ। ਜਿਹੜਾ ਡੇਰਾ ਹੈ ਜੀ ਉਹਦੇ ਵਿੱਚ ਬਿਲਕੁਲ ਸੁੰਨ ਪਸਰੀ ਹੋਈ ਆ ਕੱਲ ਦੀ। ਕਿਸੇ ਕਿਸਮ ਦਾ ਕੋਈ ਰਿਐਕਸ਼ਨ ਡੇਰੇ ਦੇ ਅੰਦਰੋਂ ਜਾਂ ਜਿਹੜੀਆਂ ਵੱਖ-ਵੱਖ ਥਾਵਾਂ ਦੇ ਉੱਤੇ ਇਹਨਾਂ ਦੇ ਬਣੇ ਹੋਏ ਆ ਭੰਗੀਦਾਸ ਉਹਨਾਂ ਦੇ ਵੱਲੋਂ ਨਹੀਂ ਦਿੱਤਾ ਗਿਆ ਕੋਈ ਵੀ ਕਿਸੇ ਕਿਸਮ ਦਾ ਰਿਐਕਸ਼ਨ। ਇਹਨੂੰ ਹਾਲਾਂਕਿ ਜਿਹੜਾ ਪ੍ਰਸ਼ਾਸਨ ਹੈ ਉਹ ਇਸ ਪੱਖੋਂ ਵੀ ਸਮਝ ਰਿਹਾ ਕਿ ਇਹਨੂੰ ਇਹ ਨਹੀਂ ਲੈ ਲੈਣਾ ਚਾਹੀਦਾ ਕਿ ਸਾਰਾ ਕੁਝ ਠੀਕ ਠਾਕ ਹੈ, ਪਰ ਦੂਜਾ ਜਿਹੜਾ ਪੱਖ ਹੈ ਉਹ ਇਹ ਕਹਿੰਦਾ ਕਿ ਇਹ ਹੁਣ ਤੀਜੀ ਸਜ਼ਾ ਇਹਨੂੰ ਹੋ ਗਈ ਔਰ ਤੀਜੀ ਸਜ਼ਾ ਦੇ ਵਿੱਚ ਕਲੀਅਰ ਹੋ ਗਿਆ ਜਦੋਂ ਹੁਣ ਜਿਹੜਾ ਇਹਨੂੰ ਸਜ਼ਾ ਹੋਈ ਆ ਉਹਨੂੰ ਮੈਂ ਵਿਸਥਾਰ ਦੇ ਵਿੱਚ ਪੜ੍ਹਿਆ ਜੀ। ਇਹ ਤਾਉਮਰ ਹੈ, ਟਿਲ ਡੈਥ। ਜੇ ਤਾਂ ਇਹ ਉੱਪਰ ਜਾਂਦੀ ਆ, ਉੱਪਰਲੀ ਅਦਾਲਤ ਦੇ ਵਿੱਚ ਜਾਂਦੀ ਆ, ਉਹਦੇ ਤੋਂ ਇਹ ਬਦਲ ਜਾਂਦੀ ਆ ਤਾਂ ਹੋਰ ਗੱਲ ਆ, ਨਹੀਂ ਤਾਂ ਜਿਹੜੀ ਸਜ਼ਾ ਕੱਲ ਵਾਲੀ ਆ ਉਹ ਟਿਲ ਡੈਥ ਹੈ। ਡੇਰਾ ਪ੍ਰੇਮੀਆਂ ਨੂੰ ਜਾਂ ਡੇਰੇ ਦੇ ਪ੍ਰਬੰਧਕਾਂ ਨੂੰ ਇਸ ਗੱਲ ਦਾ ਪਤਾ ਹੁਣ ਲੱਗ ਗਿਆ ਕਿ ਉਹਦਾ ਜੇਲ੍ਹ ਤੋਂ ਬਾਹਰ ਆਉਣਾ ਬਹੁਤ ਔਖਾ ਜੀ। ਉਹ ਵਾਪਸ ਨਹੀਂ ਆ ਸਕਦਾ। 10-10 ਸਾਲ ਦੀ ਜਾਂ 2 ਸਜ਼ਾ 20 ਸਾਲ
20 ਸਾਲ ਫਿਰ ਰਾਮਚੰਦਰ ਛੱਤਰਪਤੀ ਦੀ, ਇਹ ਤਾਂ ਟਿਲ ਡੈਥ ਹੋ ਗਈ। ਜੇ ਉੱਪਰੋਂ ਜਾ ਕੇ ਘਟ ਵੀ ਜਾਂਦੀ ਆ ਤੇ 20 ਸਾਲ ਫਿਰ ਵੀ ਰਹਿ ਜਾਂਦੀ ਆ, 60 ਸਾਲ ਫਿਰ ਜਿਹੜੀ ਉਹ ਹੋ ਗਈ। ਇਹ ਕਿਹਾ ਜਾ ਰਿਹਾ ਕਿ ਡੇਰਾ ਸ਼ਾਇਦ ਹੁਣ ਵੱਖਰੀ ਸਟ੍ਰੈਟਜੀ ਦੇ ਤਹਿਤ ਚੱਲੂਗਾ। ਡੇਰੇ ਦੇ ਅੰਦਰ ਵੀ ਸਾਰਾ ਕੁਝ ਠੀਕ ਨਹੀਂਗਾ। ਡੇਰੇ ਦੇ ਅੰਦਰ 2 ਧੜੇ ਬਣੇ ਹੋਏ ਆ। ਉੱਥੇ ਇੱਕ ਧੜਾ ਹਨੀਪ੍ਰੀਤ ਦਾ, ਜਿਹੜੀ ਕਿ ਇਸ ਡੇਰੇ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੀ ਹੈ, ਜਦੋਂ ਕਿ ਸਰਸਾ ਮੁਖੀ ਜਿਹੜਾ ਗੁਰਮੀਤ ਰਾਮ ਰਹੀਮ ਹੈ, ਉਹਦਾ ਮੁੰਡਾ ਵੀ ਇਸ ਡੇਰੇ ਦੇ ਉੱਤੇ ਆਪਣਾ ਰੱਖਣਾ ਚਾਹੁੰਦਾ। ਜਦੋਂ ਕਿ ਅਜੇ ਡੇਰੇ ਦਾ ਮੁਖੀ ਗੁਰਮੀਤ ਰਾਮ ਰਹੀਮ ਨੇ ਕਿਸੇ ਨੂੰ ਥਾਪਿਆ ਨਹੀਂ। ਇਸ ਕਰਕੇ ਨਹੀਂ ਥਾਪਿਆ, ਇੱਕ ਤਾਂ ਇਸ ਗੱਲ ਦੇ ਡਰੋਂ ਨਹੀਂ ਥਾਪਿਆ ਕਿ ਅੰਦਰ ਖਰਾਬ ਨਾ ਹੋ ਜਾਏ, ਫੁੱਟ ਜ਼ਿਆਦੀ ਨਾ ਵੱਧ ਜਾਵੇ। ਦੂਜਾ, ਉਹਨੂੰ ਇਸ ਗੱਲ ਦਾ ਪਤਾ ਹੈ ਕਿ ਜੇਲ੍ਹ ਦੇ ਵਿੱਚ ਰਹਿੰਦਿਆਂ ਜਿਸ ਤਰੀਕੇ ਦੇ ਨਾਲ ਉਹਨੂੰ ਪੈਰੋਲ ਮਿਲ ਜਾਂਦੀ ਆ, ਕਦੀ ਕਿਤੇ ਲੈ ਗਏ, ਕਦੀ ਕਿਤੇ ਲੈ ਗਏ, ਕਾਲੇ ਸ਼ੀਸ਼ੇ ਵਾਲੀ ਗੱਡੀ 'ਚ ਲੈ ਕੇ ਫਿਰ ਉਹਦੇ ਵਿੱਚ ਕਿਸੇ ਨੂੰ ਚੜਾ ਲਿਆ। ਇਹ ਜਦੋਂ ਜੇ ਉਹ ਡੇਰੇ ਦਾ ਮੁਖੀ ਨਾ ਰਿਹਾ ਤੇ ਇਹ ਫੈਸਿਲਿਟੀਜ਼ ਫਿਰ ਉਹਨੂੰ ਮਿਲਣੀਆਂ ਨਹੀਂ। ਇਸ ਕਰਕੇ ਉਹ ਅਜੇ ਕਿਸੇ ਨੂੰ ਵੀ ਇਹਦਾ ਮੁਖੀ ਥਾਪ ਨਹੀਂ ਰਿਹਾ। ਹੁਣ ਜਦੋਂ ਉਹਨੂੰ ਇਹ ਤੀਜੀ ਸਜ਼ਾ ਹੋਈ ਆ ਤੇ ਇਹ ਲਗਭਗ ਤੈਅ ਮੰਨਿਆ ਜਾ ਰਿਹਾ ਕਿ ਨਪੁੰਸਕ ਕਰਨ ਵਾਲੇ ਮਾਮਲੇ ਦੇ ਵਿੱਚ ਵੀ ਉਹਦਾ ਖਹਿੜਾ ਨਹੀਂ ਛੁੱਟਣਾ, ਕਿਉਂਕਿ ਉਹ ਬਹੁਤ ਗੰਭੀਰ ਅਪਰਾਧ ਹੈ ਕਿਸੇ ਇੱਕ ਨੂੰ ਨਪੁੰਸਕ ਬਣਾ ਦੇਣਾ। ਇਹਨੇ ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਆਪਣੇ ਚੇਲੇ ਸੀ ਉਹਨਾਂ ਨੂੰ ਨਪੁੰਸਕ ਕੀਤਾ ਹੋਇਆ। ਇਸ ਕਰਕੇ ਜਿਹੜੀ ਡੇਰੇ ਦੀ ਪ੍ਰਾਪਰਟੀ ਬਹੁਤ ਹੈ, ਉਹਨੂੰ ਸੇਵ ਕਰਨ ਦੇ ਯਤਨਾਂ ਦੇ ਕਰਕੇ ਸਿੱਧਾ ਟਕਰਾਓ ਪ੍ਰਸ਼ਾਸਨ ਦੇ ਨਾਲ ਡੇਰੇ ਦੀ ਪ੍ਰਬੰਧਨ ਕਮੇਟੀ ਨਹੀਂ ਲੈਣਾ ਚਾਹੁੰਦੀ। ਉਹ ਇਸ ਚੀਜ਼ ਨੂੰ ਐਕਸੈਪਟ ਕਰ ਚੁੱਕੇ ਹੋਏ ਆ ਕਿ ਹੁਣ ਟਕਰਾਉਣ ਦਾ ਮਤਲਬ ਇਹ ਹੋਊਗਾ ਕਿ ਡੇਰੇ ਦੀ ਪ੍ਰਾਪਰਟੀ ਦੇ ਉੱਤੇ ਫਿਰ ਪ੍ਰਸ਼ਾਸਨ ਸਿੱਧਾ ਪਊਗਾ। ਇਸ ਕਰਕੇ ਇੱਕ ਬਿਲਕੁਲ ਚੁੱਪਚਾਂ ਸੁੰਨ ਪਸਰੀ ਹੋਈ ਆ ਜਦੋਂ ਤੋਂ ਪੰਚਕੂਲੇ ਦੀ ਅਦਾਲਤ ਨੇ ਉਹਨੂੰ ਤੀਜੀ ਸਜ਼ਾ ਉਮਰ ਕੈਦ ਦੀ ਤਾਉਮਰ ਟਿਲ ਡੈਥ ਸੁਣਾਈ ਹੈ ਜੀ। ਅੱਛਾ ਪੰਨੂ ਸਾਹਿਬ, ਜਿਹੜਾ ਰੇਲ ਰੋਕੋ ਅੰਦੋਲਨ ਕੀਤਾ ਗਿਆ ਸੀ ਕਿਸਾਨਾਂ ਵੱਲੋਂ ਕੁਝ ਦਿਨ ਪਹਿਲਾਂ, ਉਹਦੇ ਵਿੱਚ ਜਿਹੜੇ ਕਿਸਾਨਾਂ ਨੇ ਰੇਲ ਟਰੈਕ ਰੋਕੇ ਸੀ ਉਹਨਾਂ ਉੱਪਰ ਮਾਮਲੇ ਦਰਜ ਹੋਏ ਨੇ ਜੀ ਹੁਣ? ਬਿਲਕੁਲ ਜੀ, ਇਹ ਮਾਮਲੇ ਹਰਿਆਣੇ ਦੇ ਵਿੱਚ ਦਰਜ ਹੋਏ ਆ। ਕੇਂਦਰੀ ਗ੍ਰਹਿ ਰਾਜ ਮੰਤਰੀ ਦੀ ਗ੍ਰਿਫਤਾਰੀ ਤੇ ਉਹਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਜਿਹੜੇ ਰੇਲਵੇ ਟਰੈਕ ਜਾਮ ਕੀਤੇ ਸੀਗੇ, ਪੁਲਿਸ ਨੇ ਸੈਂਕੜੇ ਕਿਸਾਨਾਂ ਦੇ ਖਿਲਾਫ ਕੇਸ ਦਰਜ ਕੀਤੇ ਆ। ਕਿਸਾਨ ਮੋਰਚੇ ਦੇ ਸੱਦੇ ਦੇ ਉੱਤੇ ਕਿਸਾਨਾਂ ਨੇ, ਟ੍ਰੇਡ ਯੂਨੀਅਨਾਂ ਨੇ, ਸਟੂਡੈਂਟ ਯੂਨੀਅਨਸ ਨੇ ਜਿਹੜੀ ਇਹ ਰੇਲ ਰੋਕੋ ਮੁਹਿੰਮ ਦੇ ਤਹਿਤ ਰੇਲਾਂ ਰੋਕੀਆਂ ਸੀਗੀਆਂ। ਜਿਹੜੀ ਆਰਪੀਐਫ ਹੈ ਉਹਨੇ ਮਾਮਲਾ ਦਰਜ ਕਰਕੇ 100 ਅਣਪਛਾਤੇ ਕਿਸਾਨਾਂ ਦੇ ਵਿਰੁੱਧ ਕਾਰਵਾਈ ਕੀਤੀ ਆ। ਆਰਪੀਐਫ ਪੁਲਿਸ ਸਟੇਸ਼ਨ ਦੇ ਵਿੱਚ ਜਿਹੜੇ ਇਹ ਮਾਮਲੇ ਵੱਖ-ਵੱਖ ਥਾਵਾਂ ਦੇ ਉੱਤੇ ਦਰਜ ਕੀਤੇ ਗਏ ਆ। ਸਭ ਤੋਂ ਜ਼ਿਆਦਾ ਕੇਸ ਸੋਨੀਪਤ ਰੇਲਵੇ ਦੇ ਵੱਲੋਂ ਕੀਤੇ ਗਏ ਆ। 100 ਜਣਿਆਂ ਦੇ ਉੱਤੇ ਆ, ਪਰ ਕੋਈ ਇਹਨਾਂ ਦੇ ਵਿੱਚ ਜਿਹੜਾ ਕੇਸ ਆ ਉਹ ਬਾਈ ਨੇਮ ਨਹੀਂਗਾ। ਪਹਿਲਾਂ ਵੀ ਇਸ ਤਰ੍ਹਾਂ ਦੇ ਮਾਮਲੇ ਦਰਜ ਹੁੰਦੇ ਰਹੇ ਆ। ਜਿਹੜੇ ਕਿਸਾਨ ਨੇ ਫਿਰ ਉਹ ਥਾਣਾ ਘੇਰ ਲੈਂਦੇ ਰਹੇ ਆ ਤੇ ਪ੍ਰਸ਼ਾਸਨ ਇਹ ਕਹਿੰਦਾ ਰਿਹਾ ਚਲੋ ਕੋਈ ਗੱਲ ਨਹੀਂ, ਅਸੀਂ ਇਹਨਾਂ ਕੇਸਾਂ ਨੂੰ ਵਾਪਸ ਲੈ ਲੈਂਦੇ ਆ। ਬਹੁਤ ਸਾਰੇ ਕੇਸ ਨੇ ਜਿਹੜੇ ਸਮੇਂ-ਸਮੇਂ ਦੇ ਉੱਤੇ ਦਰਜ ਕੀਤੇ ਗਏ ਕਿਸਾਨਾਂ ਦੇ ਉੱਤੇ, ਪਰ ਬਾਅਦ ਦੇ ਵਿੱਚ ਦਬਾਅ ਦੇ ਹੇਠ ਪ੍ਰਸ਼ਾਸਨ ਨੇ ਵਾਪਸ ਲੈ ਲਏ ਜੀ। ਤੇ ਪੰਨੂ ਸਾਹਿਬ, ਅੱਜ ਨਵਾਂ ਕੀ ਹੈ ਜੀ? ਕਿ ਹਰਕਤ ਵਿੱਚ ਕਿਸਾਨ ਨੇ ਫੇਰ ਆ ਗਏ, ਦਿੱਤਾ ਗੱਡੀਆਂ ਦਾ ਪਹੀਆ ਰੋਕ ਮੀਆਂ। ਹਰਕਤ ਵਿੱਚ ਕਿਸਾਨ ਨੇ ਫੇਰ ਆ ਗਏ, ਦਿੱਤਾ ਗੱਡੀਆਂ ਦਾ ਪਹੀਆ ਰੋਕ ਮੀਆਂ। ਹੋਣਾ ਤੰਗ ਵੀ ਪਿਆ, ਪਰਵਾਹ ਕੋਈ ਨਹੀਂ, ਹਰ ਥਾਂ ਕਰਦੇ ਸਹਿਯੋਗ ਨੇ ਲੋਕ ਮੀਆਂ। ਨਾਰਾ ਜੋਸ਼ ਦੇ ਨਾਲ ਇਹ ਲਾਈ ਜਾਂਦੇ, ਚੰਬੜੀ ਰਹਿਣ ਨਾ ਦੇਣੀ ਹੈ ਜੋਕ ਮੀਆਂ। ਠਿੰਦੇ ਘੜੇ ਜਿਹੀ ਕੇਂਦਰ ਸਰਕਾਰ ਅੱਗੇ, ਸਾਰੀ ਫੋਰਸ ਹੀ ਚੁੱਕੀ ਉਹ ਝੋਕ ਮੀਆਂ। ਉਧਰ ਜਬਰ ਕਿਸਾਨ ਦਾ ਸਬਰ ਅੱਗੇ, ਮੱਥਾ ਦੋਵਾਂ ਦਾ ਗਿਆ ਜਦ ਲੱਗ ਮੀਆਂ। ਉਧਰ ਜਬਰ ਕਿਸਾਨ ਦਾ ਸਬਰ ਅੱਗੇ, ਮੱਥਾ ਦੋਵਾਂ ਦਾ ਗਿਆ ਜਦ ਲੱਗ ਮੀਆਂ। ਚਲਦੀ ਜੰਗ ਨੂੰ ਸਾਲ ਤੋਂ ਵੱਧ ਹੋਇਆ, ਚੁੱਕ ਚੁੱਕ ਅੱਡੀਆਂ ਵੇਖਦਾ ਜੱਗ ਮੀਆਂ। ਬਹੁਤ ਬਹੁਤ ਧੰਨਵਾਦ ਪੰਨੂ ਸਾਹਿਬ, ਕੱਲ ਫੇਰ ਗੱਲ ਕਰਦੇ ਹਾਂ ਜੀ। ਮਿਹਰਬਾਨੀ ਜੀ, ਧੰਨਵਾਦ ਜੀ। ਥੈਂਕ ਯੂ ਜੀ।